ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਡਿਪਟੀ ਸਾਹਿਬ ਵੈਲਕਮ ਜੀ, ਆਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਮੇਰੇ ਵੱਲੋਂ ਜੀ ਆਪ ਜੀ ਸਾਰੇ ਸਰੋਤੇ ਅਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ। ਕੀ ਹਾਲ ਚਾਲ? ਠੀਕ ਠਾਕ ਹੋ? ਬਿਲਕੁਲ ਠੀਕ ਹੈ ਜੀ। ਸੀਬੀਆਈ ਜਾਂਚ ਮੰਗ ਰਹੀ ਹੈ ਜੀ, ਮਤਲਬ ਸਿੰਘੂ ਬਾਰਡਰ ਦੇ ਨਿਹੰਗ ਸਿੰਘਾਂ ਵੱਲੋਂ ਕੀਤੇ ਲਖਬੀਰ ਸਿੰਘ ਟੀਟੂ ਦੇ ਕਤਲ ਕਾਂਡ ਦੀ। ਇਹ ਤਾਂ ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਇਹਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ। ਜੋ ਦੇਖੋ ਇਹਦੇ ਵਿੱਚ ਜੇ ਪਰਿਵਾਰ ਵਾਲੇ ਸੀਬੀਆਈ ਜਾਂਚ ਮੰਗ ਰਹੇ ਆ ਤੇ ਉਹ ਚਲੋ ਉਹਨਾਂ ਦੀ ਮਰਜ਼ੀ ਮੰਗਣੀ ਚਾਹੀਦੀ ਹੈ। ਈਵਨ ਇੱਥੋਂ ਤੱਕ ਕਿ ਬੀਬੀ ਹਰਸਿਮਰਤ ਕੌਰ ਨੇ ਇੱਥੋਂ ਤੱਕ ਕਿਹਾ ਵਾ ਕਿ ਇਹਦੀ ਜਿਹੜੀ ਜਾਂਚ ਆ ਬਕਾਇਦਾ ਤੌਰ ਤੇ ਸੁਪਰੀਮ ਕੋਰਟ ਦੇ ਕਿਸੇ ਸਿਟਿੰਗ ਜੱਜ ਤੋਂ ਹੋਣੀ ਚਾਹੀਦੀ ਹੈ ਕਿ ਮਾਮਲਾ ਇਸ ਵੇਲੇ ਕਾਫੀ ਸੀਰੀਅਸ ਬਣ ਚੁੱਕਾ ਵਾ। ਇੱਥੋਂ ਤੱਕ ਕਿ ਸਾਡੇ ਜਿਹੜੇ ਗ੍ਰਹਿ ਮੰਤਰੀ ਪੰਜਾਬ ਦੇ ਹੈਗੇ ਉਹਨਾਂ ਨੇ ਵੀ ਕਹਿ ਦਿੱਤਾ ਇਸ ਗੱਲ ਦਾ ਕਿ ਇਹ ਮਾਮਲਾ ਸੰਗੀਨ ਹੈ ਤੇ ਇਹਦੀ ਜਾਂਚ ਹੋਣੀ ਚਾਹੀਦੀ। ਤੇ ਉਹਨਾਂ ਨੇ ਕਹਿ ਦਿੱਤਾ ਕਿ ਆਪਣੇ ਗੱਲ ਤੇ ਜਾਂਚ ਕਰਾਉਣਗੇ। ਜਾਖੜ ਸਾਹਿਬ ਨੇ ਵੀ ਕਹਿ ਦਿੱਤਾ ਵੀ ਇਹ ਜਿਹੜੀ ਹੈ ਇਹਦੀ ਜਾਂਚ ਹੋਣੀ ਚਾਹੀਦੀ। ਜਾਂਚ ਬਹੁਤ ਜ਼ਰੂਰੀ ਹੈ ਕਿ ਸੱਚਾਈ ਸਾਹਮਣੇ ਆਉਣੀ ਚਾਹੀਦੀ। ਇਹ ਕਿਸਾਨੀ ਮੋਰਚੇ ਨੂੰ ਢਾਹ ਲਾਉਣ ਦੀ ਇੱਕ ਪ੍ਰਕਿਰਿਆ ਸ਼ੁਰੂ ਕੀਤੀ ਸੀ ਇਹਨਾਂ ਨੇ, ਉਹ ਲੱਗੀ ਨਹੀਂ ਲੱਗੀ ਬਾਅਦ ਦੀ ਗੱਲ ਆ, ਲੇਕਿਨ ਇੱਕ ਕਤਲ ਹੋਇਆ ਵਾ ਤੇ ਕਤਲ ਵੀ ਗਰੀਬ ਬੰਦੇ ਦਾ ਹੋਇਆ ਵਾ। ਉਹਦੀ ਸੁਣਵਾਈ ਹੋਣੀ ਚਾਹੀਦੀ। ਅਸੀਂ ਆਪਣੀ ਸਰਕਾਰ ਲੈਵਲ ਤੇ ਵੀ ਗੱਲ ਕਰਾਂਗੇ ਤੇ ਅਸੀਂ ਸੈਂਟਰ ਨੂੰ ਕਹਿੰਦੇ ਤੇ ਆਪਣੇ ਲੈਵਲ ਤੇ ਇਨਕੁਆਇਰੀ ਕਰਕੇ ਤੇ ਜਿਹੜੀ ਉਹ ਸੱਚਾਈ ਬਾਹਰ ਲਿਆਵੇ। ਜੀ 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 ਕੱਲ ਦੀਆਂ ਜਿਹੜੀਆਂ ਘਟਨਾਵਾਂ ਵਾਪਰੀਆਂ ਨੇ ਆਪਣੇ ਇਹਦੀਆਂ ਬਾਬੇ ਦੀਆਂ ਜਿਹੜੀ ਉਹਦੀਆਂ ਫੋਟੋ ਬਾਹਰ ਆਈਆਂ ਨੇ, ਉਦੋਂ ਬਾਅਦ ਇੱਕਦਮ ਟਵਿਸਟ ਕਰ ਗਿਆ ਸਭ ਕੁਛ, ਟੋਟਲੀ ਟਵਿਸਟ ਕਰ ਗਿਆ। ਉਹਦੇ ਟਵਿਸਟ ਕਰਨ ਤੋਂ ਬਾਅਦ ਹੁਣ ਬਾਬਾ ਜੀ ਕੋਲ ਕੋਈ ਰਸਤਾ ਨਹੀਂ, ਉਹ ਬਾਰ-ਬਾਰ ਆਪਣੇ ਬਿਆਨ ਬਦਲਦੇ। ਕਦੀ ਕਹਿੰਦੇ ਮੈਚ ਵਾਸਤੇ ਮਿਲਿਆ, ਕਦੀ ਮੈਚ ਵਾਸਤੇ ਮਿਲਿਆ ਸਰ। ਤੇ ਬਾਬਾ ਜੀ ਜਿਹੜੇ ਉਹ ਕਹਿ ਦਿੱਤਾ, ਉਹ ਕਹਿੰਦੇ ਮੈਨੂੰ ਤੇ ਮੇਰੇ ਕੋਲ ਆਉਣ ਜਾਣਾ ਵੈਸੇ ਹੀ ਹੈਗਾ ਪਿੰਕੀ ਦਾ, ਲੇਕਿਨ ਪਿੰਕੀ ਨੇ ਕਹਿਤਾ ਵੀ ਮੈਨੂੰ ਜੇਲ੍ਹ 'ਚ ਮਿਲਿਆ ਸੀ। ਹੁਣ ਕਰੋ ਕੀ ਅਚਨਚੇਤ ਸਡਨਲੀ ਮਿਲਦੇ ਨੇ, ਬੜਾ ਕੁਝ ਮਿੰਟੂ ਜੀ ਕਰਕੇ ਗਏ ਨੇ ਇਹਦੇ ਉੱਤੇ ਗੱਲਬਾਤ, ਤੁਸੀਂ ਸ਼ਾਇਦ ਸੁਣੀ ਨਹੀਂ। ਪਰੰਤਰੇ ਜਿੰਨੇ ਮਰਜੀ ਖੋਲੀ ਚਲੋ ਇਹਨਾਂ ਦੋਨਾਂ ਦੀ ਗੱਲਬਾਤ ਦੇ ਉੱਤੇ ਜਿੰਨੇ ਮਰਜੀ ਤੁਸੀਂ ਸਵਾਲ ਪੈਦਾ ਕਰ ਲਓ, ਜਵਾਬ ਕੋਈ ਨਹੀਂ ਆ। ਪਰ ਜਿਹੜੇ ਖੜੇ ਨੇ, ਅਸੀਂ ਮੰਨਦੇ ਹਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ। ਸਖਤ ਸਜ਼ਾ, ਸਖਤ ਸਜ਼ਾ ਮਿਲਣੀ ਚਾਹੀਦੀ ਹੈ ਜੇ ਗੁਰੂ ਗ੍ਰੰਥ ਸਾਹਿਬ ਦੀ ਕੋਈ ਬੇਅਦਬੀ ਕਰਦਾ ਹੈ। ਹਾਂਜੀ, ਮਨ ਭਰੇ ਹੋਏ ਨੇ। ਪੀੜਾ ਸਾਹਿਬ ਤੱਕ ਤੁਸੀਂ ਬੈਠ ਕੇ ਦਰਬਾਰ ਸਾਹਿਬ ਦੇ ਵਿੱਚ ਜਾ ਕੇ ਮੱਸੇ ਰੰਗੜ ਤੋਂ ਵੀ ਵੱਧ ਕੰਮ। ਤੇ ਸਾਡਿਆਂ ਨੇ ਜਿਹੜਾ ਹਜੂਰ ਸਾਹਿਬ ਕੀਤਾ ਹੋਇਆ, ਹਜੂਰ ਸਾਹਿਬ ਹੀ ਹੋਈ ਆ ਘਟਨਾ ਜਿਹੜੀ ਆਪਸ ਵਿੱਚ ਉਹ ਹਿੱਤ ਵਾਲੀ, ਪਟਨਾ ਸਾਹਿਬ ਜਿਹੜੀ ਹੋਈ ਹੈ ਉਹ ਘੱਟ ਆ ਕਿ ਉਹ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਤੁਸੀਂ ਉੱਥੇ ਜੋ ਕਰ ਰਹੇ ਹੋ, ਤੁਹਾਡਾ ਤਖਤ ਹੈ, ਇਹ ਬੇਅਦਬੀ ਨਹੀਂ। ਜਦੋਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜੋੜੇ ਪਾ ਕੇ ਸਣੇ ਵਰਦੀ ਪੁਲਿਸ ਆ ਜਾਂਦੀ ਹੈ, ਉਹ ਬੇਅਦਬੀ ਨਹੀਂ। ਦਰਬਾਰ ਸਾਹਿਬ ਦੇ ਵਿੱਚ ਕਿੰਨੀ ਵਾਰੀ ਪੁਲਿਸ ਆ ਗਈ, ਉਹ ਬੇਅਦਬੀ ਨਹੀਂ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਾ ਕੋਈ ਵੀ ਬੰਦਾ ਹੈ, ਕਿਸੇ ਵੀ ਧਰਮ ਦੀ, ਚਾਹੇ ਕੋਈ ਮੂਰਤੀ ਖੰਡਨ ਕਰਦਾ। ਪੱਟੀ ਸਾਹਿਬ ਇੱਥੇ ਇੱਕ ਅਖਬਾਰ ਆ ਬੜੀ ਵੱਡੀ, ਬੜੇ ਭਲੇ ਵੇਲੇ ਦੀ ਮੈਂ ਗੱਲ ਕਰਨ ਲੱਗਾ। ਸਾਡੇ ਹਿੰਦੂ ਵੀਰ ਧਿਆਨ ਨਾਲ ਸੁਣ, ਸਿੱਖ ਵੀਰ ਵੀ ਧਿਆਨ ਨਾਲ ਸੁਣ। ਅਸੀਂ ਰੰਗਲਾ ਪੰਜਾਬ ਦੀ ਗੱਲ ਕਰਦੇ ਹਾਂ। ਰੰਗਲਾ ਪੰਜਾਬ ਸਾਂਝਾ ਸਾਰਿਆਂ ਦਾ, ਚਾਹੇ ਉਹ ਮੁਸਲਮਾਨ ਭਾਈਚਾਰਾ ਸੁਣਦਾ, ਈਸਾਈ ਭਾਈਚਾਰਾ ਸੁਣਦਾ, ਜਿੱਥੇ ਵੀ ਗਲਤੀ ਕਰਦਾ ਕੋਈ ਅਸੀਂ ਠੋਕ ਕੇ ਵਿਰੋਧਤਾ ਕਰਦੇ ਹਾਂ। ਹੋਇਆ ਕਿ ਫੋਟੋ ਮਾਤਾ ਜੀ ਦੀਆਂ ਜਿਵੇਂ ਸਾਡੀਆਂ ਉੱਥੇ ਹੁੰਦੀਆਂ ਨੇ ਬਣਦੀਆਂ ਮੂਰਤੀਆਂ ਹੈ ਨਾ, ਉੱਦਾਂ ਹੀ ਛਾਪਤੀ ਬਿਨਾਂ ਮਤਲਬ ਜਿਹੜੇ ਬਿਲਕੁਲ ਐਨ ਅਲਫ। ਰੰਗਲਾ ਪੰਜਾਬ ਨੇ ਕਿਸੇ ਹੋਰ ਰੇਡੀਓ ਦੀ ਜ਼ਰੂਰਤ ਨਹੀਂ ਸੀ ਪਈ, ਇੱਥੇ ਮਤਲਬ ਡਟ ਕੇ ਟਾਕ ਸ਼ੋ ਕੀਤਾ ਸੀ। ਕਾਪੀਆਂ ਸਾੜ ਕੇ ਆਏ ਸਾਂ ਜਾ ਕੇ, ਜਿੰਨਾ ਵੀ ਭਾਈਚਾਰਾ ਗਿਆ ਸੀਗਾ। ਮਤਲਬ ਉਦੋਂ ਇੰਨੀ ਸਾਡੀ ਵੱਡੀ ਵਸੋਂ ਨਹੀਂ ਸੀ। ਮੈਂ 2000 ਦੀ ਗੱਲ ਦੀ ਸੰਨ ਦੀ ਆਸ-ਪਾਸ ਦੀ ਗੱਲ ਕਰਦਾ। ਅਗਲੇ ਦਿਨ ਅਖਬਾਰ ਨੂੰ ਮਾਫੀ ਮੰਗਣੀ ਪਈ ਸੀ ਕਿ ਸਾਡੀਆਂ ਮਾਤਾ ਦੀਆਂ ਇੱਦਾਂ ਤੁਸੀਂ ਤਸਵੀਰਾਂ ਕਿਵੇਂ ਛਾਪ ਸਕਦੇ ਆ। ਬਿਲਕੁਲ ਜੀ, ਬਿਲਕੁਲ। ਇਹ ਹਿੰਦੂ ਧਰਮ ਦੇ ਭਾਈਚਾਰੇ ਦੀ ਨਿਖੇਧੀ ਕੀਤੀ ਸੀ ਤੇ ਉਹ ਅਖਬਾਰ ਨੂੰ ਮਾਫੀ ਮੰਗਣੀ ਪਈ ਸੀਗੀ। ਮਤਲਬ ਇੰਨਾ ਹੀ ਮਤਲਬ ਜਾ ਕੇ ਵਿਰੋਧ ਕਰਕੇ ਆਇਆ ਸੀ। ਕਿਸੇ ਵੀ ਧਰਮ ਦਾ ਨਿਰਾਦਰ ਕਰਨ ਵਾਲਾ ਬੰਦਾ ਬਖਸ਼ਿਆ ਨਹੀਂ ਜਾਣਾ ਚਾਹੀਦਾ। ਬਿਲਕੁਲ ਜੀ, ਬਿਲਕੁਲ ਨਹੀਂ ਬਖਸ਼ਿਆ ਨਹੀਂ। ਪਰ ਜਿਸ ਤਰੀਕੇ ਦੇ ਨਾਲ ਇਹ ਕਤਲ ਹੋਇਆ, ਬੜੀਆਂ ਗੁੰਝਲਾਂ ਨੇ ਇਸ ਕਤਲ ਦੇ ਵਿੱਚ। 9058131320 ਜੇ ਇੱਕ ਪਰਿਵਾਰ ਨੇ ਸੀਬੀਆਈ ਦੀ ਮੰਗ ਕੀਤੀ ਹੈ ਤਾਂ ਸੀਬੀਆਈ ਨੇ ਸਰਸੇ ਵਾਲੇ ਸਾਧ ਦੀਆਂ ਤੰਦਾਂ ਖੋਲ ਕੇ ਰੱਖ ਦਿੱਤੀਆਂ ਨੇ ਨਾ, ਤੇ ਟਾਈਮ ਵਿੱਚ ਵੀ ਲੱਗੂਗਾ ਤੇ ਨੰਗੇ ਕਿਤੇ ਨਾ ਕਿਤੇ ਹੋਣਗੇ। ਅੱਜ ਜਿਹੜੇ ਕਿਤੇ ਡਟ ਕੇ ਖੜੇ ਨੇ, ਖੜੇ ਰਹੋ। ਜੇ ਉਹ ਸੱਚੇ ਹੋਣਗੇ ਤੁਹਾਡੀ ਜਿੱਤ ਆਊਗੀ, ਜੇ ਝੂਠੇ ਹੋਣਗੇ ਤੇ ਜਿਹੜੇ ਤੁਸੀਂ ਦੂਜਿਆਂ ਨੂੰ ਗਾਲਾਂ ਕੱਢ ਰਹੇ ਉਦੋਂ ਫਿਰ ਤੁਸੀਂ ਕਹੋਗੇ ਯਾ ਵੀ ਨਹੀਂ ਇਹ ਗਲਤ ਗੱਲ ਹੋਈ ਆ। ਹੁਣ ਸਾਰੇ ਚੁੱਪ ਨੇ, ਵੈਸੇ ਬਾਬੇ ਦੀ ਹਮਾਇਤੀ ਥੋੜ੍ਹੇ ਬਹੁਤ ਸ਼ਾਂਤ ਹੋਏ ਨੇ ਤਸਵੀਰ ਸਾਹਮਣੇ ਆਉਣ ਤੋਂ ਬਾਅਦ। ਦੇਖੋ ਚਲੋ ਸਰ,
ਉਹਦੀ ਲਖਬੀਰ ਸਿੰਘ ਟੀਟੂ ਦੀ ਪਤਨੀ ਜਸਪ੍ਰੀਤ ਤੇ ਸਾਰਾ ਸੁਖਚੈਨ ਸਿੰਘ ਦੋਵਾਂ ਨੇ ਕੀ ਕਿਹਾ? ਉਹ ਕਹਿੰਦੇ ਆ ਕਿ ਇਹ ਜਿਹੜੀ ਸਾਜ਼ਿਸ਼ ਰਚੀ ਗਈ ਆ ਇਹ ਬਕਾਇਦਾ ਤੌਰ ਤੇ ਕਿਸਾਨੀ ਮੋਰਚੇ ਨੂੰ ਠੇਸ ਪਹੁੰਚਾਉਣ ਵਾਸਤੇ ਰਚੀ। ਮਤਲਬ ਕਿਸਾਨੀ ਮੋਰਚੇ ਦੇ ਹੱਕ ਚ ਭੁਗਤੇ ਨੇ ਤੇ ਜਿਹੜੇ ਬਾਬੇ ਨੇ ਉਹ ਕਹਿੰਦੇ ਕਿਸਾਨੀ ਮੋਰਚੇ ਵਾਲੇ ਸਾਡੀ ਗੱਲ ਨਹੀਂ ਸੁਣਦੇ। ਉਹ ਤੁਹਾਡੀ ਗੱਲ ਕਿਉਂ ਸੁਣਨ? ਉਹਨਾਂ ਵੀ ਕੱਲ ਕਹਿਤਾ, ਰਜਿੰਦਰ ਸਿੰਘ ਦੀਪਸੀ ਵਾਲੇ ਨੇ ਸਟੇਜ ਤੋਂ ਕਹਿਤਾ ਵੀ ਬਕਾਇਦਾ ਤੌਰ ਤੇ ਅਸੀਂ ਜਾਂਚ ਦੀ ਮੰਗ ਕਰਦੇ ਸੀ, ਆਪਣੇ ਲੈਵਲ ਤੇ ਕਰਾਂਗੇ। ਸਾਡੀ ਟੀਮ ਜਾਏਗੀ ਸੰਯੁਕਤ ਕਿਸਾਨ ਮੋਰਚੇ ਦੀ, ਉਹ ਵੀ ਜਾਂਚ ਕਰੇਗੀ। ਅਸੀਂ ਚਾਹੁੰਦੇ ਹਾਂ ਵੀ ਇਹ ਵੀ ਆਪਣੇ ਲੈਵਲ ਤੇ ਜਾਂਚ ਕਰਕੇ ਦੱਸਣ ਸਾਨੂੰ ਕਿ ਸੱਚਾਈ ਕੀ ਹੈ। ਅਜੇ ਤੱਕ ਪੁਲਿਸ ਗ੍ਰਿਫਤਾਰੀ ਕਰੀ ਜਾ ਰਹੀ ਹੈ, ਲੇਕਿਨ ਉਹ ਕੁਝ ਦੱਸਣ ਲਈ ਤਿਆਰ ਨਹੀਂ ਗਈ ਤੱਕ। ਵੈਸੇ ਤੇ ਇੱਕ ਕਾਨੂੰਨ ਹੈ ਵੀ ਜਿੰਨਾ ਤੁਸੀਂ ਚਾਰਜਸ਼ੀਟ ਪੇਸ਼ ਨਹੀਂ ਕਰਦੇ ਉਹਨਾਂ ਤੇ ਦੱਸ ਨਹੀਂ ਸਕਦੇ ਜੀ। ਤੁਹਾਨੂੰ ਪਤਾ ਨਾ ਬਾਈਬਲ ਕਲਾ ਕੋਟਕਪੂਰਾ ਕਾਂਡ ਦੇ ਵਿੱਚ ਜਦੋਂ ਕਹਿੰਦੇ ਸੀ, ਪੁੱਛਦੇ ਸੀ ਆ ਕੇ ਪੱਤਰਕਾਰ ਸਾਡੇ ਜਿਹੜੇ ਹੈਗੇ ਨੇ ਕੁੰਵਰ ਵਿਜੇ ਪ੍ਰਤਾਪ, ਉਹ ਕੋਈ ਜਵਾਬ ਨਹੀਂ ਦਿੰਦੇ ਸੀ। ਉਹ ਕਹਿੰਦੇ ਸੀ ਜੋ ਮੈਂ ਕਹਿਣਾ ਸੀ ਕੋਰਟ 'ਚ ਕਹਿ ਦਿੱਤਾ। ਬਿਲਕੁਲ। ਇਸ ਕਰਕੇ ਚਲੋ ਉਹਨਾਂ ਦੀਆਂ ਮਜਬੂਰੀਆਂ ਹੋਣਗੀਆਂ, ਫਿਰ ਵੀ ਗੱਲ ਸਾਹਮਣੇ ਆਉਣੀ ਚਾਹੀਦੀ ਹੈ ਵੀ ਇਹ ਕਤਲ ਜਿਹੜਾ ਵਾ ਇਹਦੀ ਸਾਜ਼ਿਸ਼ ਕਿਉਂ ਰਚੀ ਗਈ, ਇਹਦੀ ਕਿਉਂ ਲੋੜ ਪਈ, ਇਹ ਕਿਵੇਂ ਹੋਇਆ ਕਿਵੇਂ ਨਹੀਂ ਹੋਇਆ। ਅਗਲੀ ਪ੍ਰਪੋਜ਼ਲ, ਅਗਲਾ ਪ੍ਰੋਗਰਾਮ ਉਹਨਾਂ ਦਾ ਕੀ ਸੀ ਕਤਲ ਤੋਂ ਬਾਅਦ? ਕੋਈ ਹੋਰ ਕਤਲ ਨਹੀਂ ਕਰਨਾ ਚਾਹੁੰਦੇ। ਇਹ ਗੱਲਾਂ ਸਾਰੀਆਂ ਬਾਹਰ ਆਉਣੀਆਂ ਚਾਹੀਦੀਆਂ ਜੀ। ਜੀ 905831320905 ਤੇ ਤੁਸੀਂ ਕਾਲ ਕਰ ਸਕਦੇ ਹੋ। ਬਾਈਬਲ ਕਲਾਕਾਂਡ ਦੀ ਬੇਅਦਬੀ ਦੀ ਗੱਲ ਕਰੀਏ ਤਾਂ ਬਾਈਬਲ ਕਲਾਕਾਂਡ ਦੀ ਜਿਹੜੀ ਜੂਨ ਤੋਰ ਹੈ, ਹਾਂਜੀ, ਉਹ ਬੜੇ ਸ਼ੰਕੇ ਖੜੇ ਕਰ ਰਹੀ ਹੈ ਤੇ ਉੱਤੇ ਬੈਂਸ ਉਹਨਾਂ ਦੇ ਜਿਹੜੀ ਵਕੀਲ ਨੇ ਉਹਨਾਂ ਨੂੰ ਸਵਾਲ ਉਠਾਏ ਜਾ ਰਹੇ ਨੇ। ਤੁਹਾਡਾ ਇੱਥੇ ਨਜ਼ਰੀਆ ਕੀ ਹੈ, ਇਹ ਵੀ ਜਾਣਨਾ ਚਾਹੁੰਦਾ ਮੈਂ। ਦੇਖੋ, ਬਾਈਬਲ ਕਲਾ ਲੈ ਲਓ, ਕੋਟਕਪੂਰਾ ਕਾਂਡ ਲੈ ਲਓ, ਜਿਹੜੇ ਇਹੋ ਜਿਹੇ ਕਾਂਡ ਹੈਗੇ ਨਾ, ਹਾਈਫਾਈ ਕਾਂਡ ਹੈਗੇ ਆ, ਇਹਨਾਂ ਚੋਂ ਆਮ ਤੌਰ ਤੇ ਇਨਸਾਫ ਘੱਟ ਹੀ ਮਿਲਦਾ ਹੁੰਦਾ। ਜੇ ਇਨਸਾਫ ਦੇਣਾ ਵੀ ਹੈ ਤੇ ਕੋਈ ਛੋਟੇ ਮੋਟੇ ਬੰਦੇ ਟੰਗ ਕੇ ਕਹਿ ਦੇਣਗੇ ਜੀ ਇਨਸਾਫ ਹੋ ਗਿਆ, ਤੋਂ ਬਾਅਦ ਕੁਛ ਨਹੀਂ ਹੋਣਾ। 2 ਸਾਲ ਬਾਅਦ ਬਾਈਬਲ ਕਲਾ ਕਾਂਡ ਦੀ ਸੁਣਵਾਈ ਸ਼ੁਰੂ ਹੋਈ। ਜਦੋਂ ਦੀ ਚਾਰਜਸ਼ੀਟ ਪੇਸ਼ ਕੀਤੀ ਆ ਉਦੋਂ ਬਾਅਦ 42 ਤਰੀਕਾਂ ਪੈ ਚੁੱਕੇ। ਇੱਕ ਦੀ 42 ਤਰੀਕ ਜੀ, ਉਹ ਮੈਨੂੰ ਨਹੀਂ ਪਤਾ ਤੁਸੀਂ ਪਹਿਲਾਂ ਇਸ ਡਿਸਕਸ ਕੀਤਾ ਕਿ ਨਹੀਂ ਕੀਤਾ। ਨਹੀਂ 42 ਤਰੀਕਾਂ ਥੋੜ੍ਹੀਆਂ ਹੁੰਦੀਆਂ। 42 ਤਰੀਕਾਂ ਦੇ ਵਿੱਚ ਬਕਾਇਦਾ ਤੌਰ ਤੇ ਫੈਸਲਾ ਹੋ ਜਾਂਦਾ ਕੇਸ ਦਾ। ਬਿਲਕੁਲ ਬਿਲਕੁਲ। ਚਾਰਜਸ਼ੀਟ ਦਾ ਮਤਲਬ ਇਹ ਹੈ ਕਿ ਹੁਣ ਕੇਸ ਜਿਹੜਾ ਆਪਣੀ ਤੁਰ ਪਏਗਾ ਤੇ ਜਲਦੀ ਦਾ ਫੈਸਲਾ ਹੋ ਜਾਏਗਾ। 2 ਕਤਲ ਹੋਏ ਆ, ਕੋਈ ਮਾਮੂਲੀ ਗੱਲ ਨਹੀਂ ਹੈਗੀ। ਉਹਦੇ ਵਿੱਚ ਬੈਂਸ ਸਾਹਿਬ ਰਾਜਵਿੰਦਰ ਸਿੰਘ ਬੈਂਸ ਦਾ ਜਦੋਂ ਪੇਸ਼ ਹੋਇਆ ਤੇ ਵਿਰੋਧੀ ਧਿਰ ਦੇ ਲੋਕਾਂ ਨੇ, ਵਕੀਲਾਂ ਨੇ ਇਤਰਾਜ਼ ਕੀਤਾ। ਉਹ ਕਹਿੰਦੇ ਜੀ ਤੁਸੀਂ ਪੇਸ਼ ਨਹੀਂ ਹੋ ਸਕਦੇ ਕਿਉਂਕਿ 129 FI ਦੇ ਵਿੱਚ ਜੀ ਹਾਈ ਕੋਰਟ ਦੇ ਵਿੱਚ ਜਿਹੜੀ ਆ ਪਟੀਸ਼ਨ ਕਰਦਾ ਉਹਦੇ ਵਕੀਲ ਹੋ। ਉਹਨਾਂ ਇਤਰਾਜ਼ ਖਾਇਆ, ਲੇਕਿਨ ਉੱਥੇ ਇਤਰਾਜ਼ ਕੋਲ ਮੰਗਦਾ। ਇਤਰਾਜ਼ ਦੀ ਗੱਲ ਨਹੀਂ ਵੀ ਜੇ ਜੱਜ ਕਵੇ ਚੀਜ਼ ਉਹ ਤਾਂ ਜੱਜ ਨੇ ਕੁਛ ਕਿਹਾ ਹੀ ਨਹੀਂ ਉਹਨਾਂ ਨੂੰ। ਲੇਕਿਨ ਉਹਨਾਂ ਨੇ ਕਿਹਾ, ਅਫਸੋਸ ਪ੍ਰਗਟ ਕੀਤਾ ਇਸ ਗੱਲ ਦੇ ਵੀ 42 ਤਰੀਕਾਂ ਪੈਣ ਦੇ ਬਾਵਜੂਦ ਵਿੱਚ ਤੱਕ ਜਿਹੜੀ ਹੈ ਜੂਨ ਤੋਂ ਜਿਹੜੀ ਚੱਲ ਰਹੀ ਹੈ ਕੇਸ ਇੱਕ ਸੱਦਾ ਰਿਹਾ। ਚਾਰਜਸ਼ੀਟ ਜਿਹੜੀ ਪੇਸ਼ ਚੁੱਕੀ ਸੀ 2 ਸਾਲ ਬਾਅਦ ਹੁਣ ਸ਼ੁਰੂ ਹੋਇਆ ਵਾ। ਹੁਣ ਅਗਲੇ 2 ਮਹੀਨੇ ਚ ਕਿ 6 ਮਹੀਨੇ ਚ ਇਹਦੀ ਲੱਗਦਾ ਵੀ ਕਿਸੇ ਤਰ੍ਹਾਂ ਤੇ ਲੱਗ ਜਾਏਗਾ ਜੇ ਕਿਤੇ ਬੈਂਸ ਸਾਹਿਬ ਇਸੇ ਤਰ੍ਹਾਂ ਉੱਥੇ ਆਪਣੀ ਤਰੀਕਾ ਭੁਗਤਦੇ ਰਹੇ ਜੀ। ਬਹੁਤੀ ਗੱਲ ਤਾਂ ਆਪਣੇ ਛੋਟੇ ਵਕੀਲ ਨੂੰ ਭੇਜ ਦਿੰਦੇ ਸੀ, ਆਪ ਤਾਂ ਵਕੀਲ ਵੱਡੇ ਆਉਂਦੇ ਨਹੀਂ ਸੀਗੇ। ਕਹਿੰਦੇ ਜੀ ਫਲਾਣੀ ਕੋਰਟ ਚੱਲੇ, ਅਸੀਂ ਢੀਂਗਰੀ ਕੋਰਟ ਚੱਲੇ। ਉਹ ਇੱਕ ਪ੍ਰੋਗਰਾਮ ਸੀਗਾ ਵੀ ਆਪਾਂ ਇਹਨੂੰ ਇਨਸਾਫ ਨਹੀਂ ਦੇਣਾ ਇਹਦੇ ਵਿੱਚ। ਤੇ ਹੁਣ ਜੇ ਚੰਨੀ ਸਾਹਿਬ ਨੇ ਇਹ ਹਿੰਮਤ ਕੀਤੀ ਆ, ਬੈਂਸ ਸਾਨੂੰ ਨਾਲ ਲਾਤਾ ਵੀ ਤੁਸੀਂ ਆ ਕੇ ਕਰੋ। 1 ਤਰੀਕ ਤੇ ਕੱਲ ਆਏ ਨੇ, 1 ਤਰੀਕ ਨੂੰ ਆਪਣੀ ਗੱਲ ਵੀ ਰੱਖੀ ਆ, ਪੱਤਰਕਾਰ ਨਾਲ ਗੱਲ ਵੀ ਕੀਤੀ ਆ। ਉਹਨਾਂ ਨੇ ਆਸ ਵੀ ਪ੍ਰਗਟ ਕੀਤੀ ਆ ਕਿ ਹੁਣ ਕੇਸ ਚੱਲੇਗਾ ਤੇ ਜਲਦੀ ਇਹਦਾ ਫੈਸਲਾ ਵੀ ਆ ਜਾਏਗਾ ਜੀ। ਹਾਂਜੀ ਭੱਟੀ ਸਾਹਿਬ, ਮੇਰੇ ਨਾਲ ਕਾਲਰ ਨੇ ਇੱਕ, ਦੇਖਦੇ ਹਾਂ ਕੀ ਕਹਿਣਾ ਚਾਹੁੰਦੇ। ਮੇਰੀ ਰਿਕੁਐਸਟ ਹੈ ਜੀ ਸਾਰੇ ਕਾਲਰ ਨੂੰ ਸਟ੍ਰਿਕਟਲੀ, ਚਾਹੇ ਉਹ ਸਾਡੇ ਰੈਗੂਲਰ ਲਿਸਨਰ ਨੇ ਚਾਹੇ ਸਾਡੇ ਨਵੇਂ ਨੇ, ਦੋਨੋਂ ਹੱਥ ਜੋੜ ਕੇ ਮੇਰੀ ਬੇਨਤੀ ਹੈ, ਜਿਹੜੀ ਬਹੁਤ ਵੱਡਾ ਤੁਹਾਨੂੰ ਲੱਗਦਾ ਕਿ ਟੌਪਿਕ ਟੱਚ ਹੋ ਗਿਆ ਹੋਊਗਾ ਉਹਨੂੰ ਰਿਪੀਟ ਨਾ ਕਰਿਆ ਕਰੋ। ਇਹ ਨਹੀਂ ਕਿ ਸਾਡੇ ਕੋਲ 4 ਘੰਟੇ ਆ ਤਾਂ ਫਰੀ ਸਟੇਸ਼ਨ ਨੇ ਮੈਨੂੰ ਦਿੱਤੇ ਨੇ। ਨੋ ਵੇ। ਮੈਨੂੰ ਪੁੱਛ ਕੇ ਵੇਖੋ ਇਹਨਾਂ ਦਿਨਾਂ 'ਚ ਕਿੱਦਾਂ ਮੈਨੇਜ ਕਰਨਾ ਪੈ ਰਿਹਾ। 30 ਸੈਕਿੰਡ ਦਾ ਕੁਐਸਚਨ ਹੈ, ਕੁਐਸਚਨ ਕਰਕੇ ਆਪਣਾ ਆਫ ਦੀ ਤੁਸੀਂ ਜਵਾਬ ਸੁਣੋ। ਜੇ ਸਾਨੂੰ ਲੱਗਾ ਕਿ ਅਸੀਂ ਡਿਸਕਸ ਕਰ ਲਈਏ ਫਿਰ ਅਸੀਂ ਅਗਲਾ ਕੁਐਸਚਨ ਜਿਹੜਾ ਹੈ ਆਪਣੇ ਆਪ ਹੀ ਲੈ ਲਾਂਗੇ ਤੇ ਤੁਸੀਂ ਉਹ ਤੋਂ ਸਮਝ ਜਾਓ। ਮੇਰਾ ਪਲੀਜ਼ ਸਾਥ ਦੇਣ ਦੀ ਕੋਸ਼ਿਸ਼ ਕਰੋ। ਹਾਂਜੀ ਵੈਲਕਮ ਜੀ ਵੀਰ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਭਾਜੀ ਜੀ। ਕੀ ਨਾਮ ਵੀਰੇ? ਮੇਰਾ ਨਾਮ ਮਨਦੀਪ ਹੈ ਭਾਜੀ। ਜੀ ਵੀਰੇ, ਕੀ ਸਵਾਲ? ਭਾਜੀ ਮੇਰਾ ਕੁਆਰੀ ਛੋਟਾ ਜਿਹਾ, ਜਿੱਦਾਂ ਫੋਟੋਆਂ ਨਿਹੰਗ ਸਿੰਘਾਂ ਦੀਆਂ ਫੋਟੋਆਂ ਦੇਖਦੇ ਆ ਭਾਜੀ, ਉਦਾਂ ਜਿਹੜੇ ਵੀ ਵਿੱਚ ਫੋਟੋਆਂ ਉਹਨਾਂ ਕੋ ਪੁੱਛਗਿੱਛ ਹੋਊਗੀ ਜਾਂ ਨਹੀਂ ਹੋਊਗੀ, ਜਾਂ ਵੀ ਏਦਾਂ ਛੱਡ ਦਿੱਤਾ ਜਾਊਗਾ? ਕਿਹਨਾਂ ਦੀ? ਜਿਨ੍ਹਾਂ ਨਿਹੰਗ ਸਿੰਘ ਦੇ ਵਿੱਚ ਫੋਟੋਆਂ ਹਾਂਜੀ ਆ ਰਹੀਆਂ, ਵਿੱਚ ਫੋਟੋਆਂ ਵਿੱਚ 3-4 ਜਣੇ ਬੰਦੇ, ਉਹਨਾਂ ਕੋ ਪੁੱਛਗਿੱਛ ਹੋਊਗੀ ਜਾਂ ਨਹੀਂ ਹੋਊਗੀ, ਜਾਂ ਉਹਨਾਂ ਨੂੰ ਏਦਾਂ ਛੱਡ ਦਿੱਤਾ ਜਾਊਗਾ? ਉਹ ਬਿਲਕੁਲ ਸਵਾਲ ਠੀਕ ਹੈ। ਥੈਂਕ ਯੂ ਜੀ। ਹਾਂਜੀ ਬਿਲਕੁਲ, ਜਿਹੜੀ ਆਪਾਂ ਜਾਂਚ ਦੀ ਗੱਲ ਕਰਦੇ ਉਹਦਾ ਮਤਲਬ ਇਹ ਹੈ ਜੀ, ਕਿਸੇ ਜੱਜ ਦੀ ਜਾਂਚ ਕਰਦੇ, ਕਿਸੇ ਸਿੱਟ ਦੀ ਜਾਂਚ ਕਰਦੇ ਆ, ਕਿਸੇ ਆਪਾਂ ਮਤਲਬ ਹੋਰ ਕਿਸੇ ਜਾਂਚ ਦਾ ਮਤਲਬ ਇਹ ਵੀ ਜਿਹੜੀਆਂ ਸਾਰੀਆਂ ਜਿਹੜੀਆਂ ਪ੍ਰਕਿਰਿਆਵਾਂ ਸਾਰੀਆਂ ਕਿਰਿਆਵਾਂ ਤੁਸੀਂ ਇਕੱਠੀਆਂ ਕੀਤੀਆਂ ਇੱਕ ਮੰਚ ਤੇ, ਸਾਰੇ ਕੋਈ ਪੁੱਛ ਪੜਤਾਲ ਕੀਤੀ ਜਾਵੇ। ਤੁਹਾਡੀ ਗੱਲ ਬਿਲਕੁਲ ਠੀਕ ਹੈ। ਜੇ ਕਿਤੇ ਜਾਂਚ ਹੁੰਦੀ ਹੈ, ਕਿਤੇ ਸਿੱਟ ਦੇ ਥਰੂ ਹੁੰਦੀ ਹੈ, ਸੀਬੀ ਦੇ ਥਰੂ ਹੁੰਦੀ ਹੈ, ਕਿ ਜੱਜ ਥਰੂ ਹੁੰਦੀ ਹੈ, ਤੇ ਇਹ ਵਾਕਿਆ ਸਾਰਿਆਂ ਦੇ ਬਿਆਨ ਕਲਮਬੰਦ ਹੋਣਗੇ, ਸਾਰਿਆਂ ਨੂੰ ਜਵਾਬ ਦੇਣਾ ਪਊਗਾ ਉਹਦੇ ਵਿੱਚ, ਕਿਉਂਕਿ ਐਸੇ ਇਹ ਵੀ ਇੱਕ ਇਸ਼ੂ ਬਣ ਗਿਆ ਫੋਟੋ ਵਾਲਾ ਜਿਹੜਾ ਸੀ ਵੀ ਇਹ ਇੱਕ ਸਾਜ਼ਿਸ਼ ਸੀ। ਜਿਹੜੇ ਕੱਲ ਤੱਕ ਨਿਹੰਗ ਸਿੰਘਾਂ ਦੇ ਹੱਥ ਸਾਡੇ ਵੀਰ ਭੁਗਤੇ ਸੀ, ਚੁੱਪ ਕਰਕੇ ਬੈਠੇ ਨੇ, ਉਹਨੂੰ ਪਤਾ ਲੱਗਿਆ ਵੀ ਇਹ ਕਹਾਣੀ ਕੁਝ ਹੋਰ ਨਿਕਲੇ ਵਿੱਚੋਂ। ਪਰਸੋਂ ਜਦੋਂ ਇਹ ਕਾਂਡ ਹੋਇਆ ਸੀ, ਉਦੋਂ ਲੋਕਾਂ ਦੀ ਗੱਲਾਂ ਸੁਣ ਸਾਨੂੰ ਵੀ ਫੋਨ ਕਰਦੇ ਸੀ, ਤੁਸੀਂ ਆਹ ਗੱਲ ਕਹੀ, ਮੈਂ ਕਿਹਾ ਕਹੀ ਜਾਂਦੇ ਨੇ, ਆਹ ਗੱਲ ਕਿਵੇਂ ਕਹਿਤੀ ਤੁਸੀਂ, ਮਤਲਬ ਮੇਰੀ ਮਰਜ਼ੀ ਵੀ ਕਿਵੇਂ ਕਹਿਤੀ ਹੈ, ਤੁਸੀਂ ਨਹੀਂ ਸਹਿਮਤ ਨਾ ਹੋ ਤੁਸੀਂ। ਲੇਕਿਨ ਇਸ ਕਰਕੇ ਇਹਦੀ ਜਾਂਚ ਹੋਏਗੀ, ਜੇ ਕਿਤੇ ਜੱਜ ਤੋਂ ਹੁੰਦੀ ਹੈ ਤਾਂ ਵੀ ਜਾਂਚ ਹੋਏਗੀ, ਜੇ ਕੋਈ ਸੀਬੀਆਈ ਕਰਦੀ ਤਾਂ ਵੀ ਸਾਰੇ ਵਿੱਚ ਆਉਣਗੇ ਤਫਤੀਸ਼ ਦੇ ਵਿੱਚ, ਜਿਹੜੇ ਟਕ ਦੀਆਂ ਗੱਲਾਂ ਕਰਦੇ ਨੇ ਹੁਣ ਜੀ। ਅਗਲਾ ਕੁਐਸਚਨ 905-813-1320 9058131320। ਕੁਝ ਦਿਨਾਂ ਦੀ ਇੱਕ ਚਰਚਾ ਛੇੜਨ ਨੂੰ ਦਿਲ ਕਰਦਾ ਸੀ ਕਿ ਬੀਬੀ ਜਗੀਰ ਕੌਰ ਨਾਲ ਖੁੱਲੀ ਬਹਿਸ ਕਰਨ ਲਈ ਦਰਬਾਰੇ ਖਾਲਸਾ ਦੇ ਮੁਖੀ ਨੇ ਇੱਕ ਜਹੇਦਾਰ ਸਾਹਿਬ ਨੂੰ ਮੰਗ ਪੱਤਰ ਦਿੱਤਾ ਹੈ ਕਿ ਗੱਲ ਕਰਨੀ ਹੈ ਬੀਬਾ ਜੀ ਨਾਲ। ਬਕਾਇਦਾ ਤੌਰ ਤੇ ਹਰਜਿੰਦਰ ਸਿੰਘ ਮਾਝੀ ਦਰਬਾਰੇ ਖਾਲਸਾ ਦੇ ਮੁਖੀ ਨੇ ਔਰ ਬਾਈਬਲ ਕਲਾ ਕਾਂਡ ਤੇ ਕੋਟਕਪੂਰਾ ਕਾਂਡ ਦਾ ਸੰਤਾਪ ਉਹਨਾਂ ਆਪਣੇ ਪਿੰਡੇ ਤੇ ਬਰਨ ਡਾਇਆ, ਇਕੱਲੇ ਆਪ ਨਹੀਂ, ਉਹਨਾਂ ਦੇ ਪਰਿਵਾਰ ਨੇ ਵੀ ਡਾਇਆ। ਉਹਨਾਂ ਦੇ ਫਾਦਰ ਨੂੰ ਵੀ ਘਰੋਂ ਚੁੱਕ ਕੇ ਖੜ ਕੇ ਪੁੱਛ ਪੜਤਾਲ ਕੀਤੀ ਗਈ, ਇਹਨਾਂ ਤੇ ਹੋਣੀ ਸੀ ਵੱਖਰੀ ਗੱਲ। ਉਹਦੇ ਵਿੱਚੋਂ ਢਪਾਲੀ ਤੇ ਹਰਜਿੰਦਰ ਸਿੰਘ ਜਿਹੜੇ ਆਪਣੇ ਹੈਗੇ ਸੀ ਮਾਝੀ, ਇਹ ਦੋਵੇਂ ਜਥੇਦਾਰ ਅਕਾਲ ਤਖਤ ਕੋਲ ਆਏ ਆ, ਕਿਉਂਕਿ ਤੁਹਾਨੂੰ ਇਸ ਗੱਲ ਦਾ ਪਤਾ ਹੋਇਆ ਕਿ ਬੀਬੀ ਜਗੀਰ ਕੌਰ ਨੇ ਇੱਕ ਵਾਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਹਿੰਦੇ ਜੀ ਮਾਝੀ ਸਾਜੀ, ਇਹ ਮਾਝੀ ਸਾਜੀ ਦੋਸ਼ੀ ਨੇ, ਆਪੇ ਕਰਾ ਕੇ ਤੇ ਆਪੇ ਕਹਿੰਦੇ ਜੀ ਮੁੜ ਕੇ ਜਾਂਚ ਕਰੋ ਤੁਸੀਂ। ਉਹਨਾਂ ਨੇ ਇੰਨੀ ਗੱਲ ਕਹਿ ਦਿੱਤੀ ਆ, ਦੋਵਾਂ ਨੇ ਆ ਕੇ ਅਕਾਲ ਤਖਤ ਦੇ ਜਥੇਦਾਰ ਨੂੰ ਦਿੱਤੀ ਆ, ਮੰਗ ਪੱਤਰ ਦਿੱਤਾ ਵਾ ਤੇ ਅਸੀਂ ਬੀਬੀ ਜਗੀਰ ਕੌਰ ਨੂੰ ਕਈ ਵਾਰੀ ਜਿਹੜੀ ਅਖਬਾਰਾਂ ਰਾਹੀਂ ਮੀਡੀਆ ਰਾਹੀਂ ਸਨੇਹ ਭੇਜ ਕੇ ਬੀਬੀ ਸਾਡੇ ਨਾਲ ਬਹਿਸ ਕਰ ਲੈ, ਜਗ੍ਹਾ ਤੇਰੀ, ਟੀਵੀ ਤੇਰਾ, ਪ੍ਰੈਸ ਤੇਰੀ, ਸਭ ਕੁਝ ਤੇਰਾ, ਬਿਸ਼ੱਕ ਤੇਜਾ ਸਿੰਘ ਸਮੁੰਦਰੀ ਹਾਲ ਚ ਕਰ ਲਾ ਤੇ ਬਿਸ਼ੱਕ ਮੰਜੀ ਸਾਹਿਬ ਚ ਕਰ ਲਾ, ਅਸੀਂ ਤੇਰੇ ਨਾਲ ਬਹਿਸ ਕਰਨੀ ਚਾਹੁੰਦੇ, ਅਸੀਂ ਸ਼ੁਰੂ ਤੂੰ ਕਿਵੇਂ ਇਲਜ਼ਾਮ ਲਾਤੇ ਸਾਡੇ ਤੇ ਮੁੜ ਕੇ ਬੀਬੀ ਜੀ ਨੇ ਕੋਈ ਜਵਾਬ ਨਹੀਂ ਦਿੱਤਾ। ਹੁਣ ਉਹ ਕਾਲ ਤਖਤ ਤੇ ਪੁੱਜ ਗਏ, ਕਾਲ ਤਖਤ ਤੇ ਜਹੇਦਾਰ ਨੂੰ ਕਿਹਾ ਜਹੇਦਾਰ ਜੀ ਸਾਨੂੰ ਵੀ ਬੁਲਾ ਲਓ ਤੇ ਬੀਬੀ ਨੂੰ ਬੁਲਾ ਲਓ, ਇਹਦੇ ਸਾਡੇ ਦੋਵਾਂ ਦੇ ਪੱਖ ਸੁਣੋ, ਸਾਡੀ ਲੜਾਈ ਸੁਣੋ, ਸਾਡਾ ਰੋਸ ਸੁਣੋ, ਸਾਡਾ ਗਿਲਾ ਸੁਣੋ, ਬੀਬੀ ਆਪਣੀ ਗੱਲ ਕਰ ਲੈ ਤੇ ਅਸੀਂ ਆਪਣੀ ਗੱਲ ਕਰਾਂਗੇ। ਪਰ ਤੁਹਾਨੂੰ ਪਤਾ ਵੀ ਜਥੇਦਾਰ ਦੀ ਕੀ ਜ਼ਰੂਰਤ ਆ ਕਿ ਤੱਕ ਤੋਂ ਮਾਸੂਸ ਬਿਲਕੁਲ ਮੇਰੇ ਮੂੰਹ ਦੀ ਗੱਲ ਤੁਸੀਂ ਲੈ ਲਈ ਕਿ ਸਭ ਜਥੇਦਾਰ ਸਾਹਿਬ ਉਹਨਾਂ ਦੀ ਮੰਗ ਤੇ ਬਿਲਕੁਲ ਠੀਕ ਆ। ਇੱਕ ਜਿਹੜਾ ਪ੍ਰਧਾਨ ਆ ਜੀ, ਪ੍ਰਧਾਨ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ, ਉਹਨੂੰ ਜਿਹੜਾ ਬੜਾ ਤੋਲ ਮਿਲ ਕੇ ਬੋਲਣਾ ਚਾਹੀਦਾ। ਸੁਪਰੀਮ ਸਿੱਖਾਂ ਦਾ ਮੰਨਿਆ ਜਾਂਦਾ ਵੀ ਉਹ ਜਿਹੜੀ ਜਦੋਂ ਕਿ ਸਰਮੌਤ ਸੰਸਥਾ ਦਾ ਮੁਖੀ ਆ, ਤੇ ਜਦੋਂ ਉਹ ਉਲ ਬੋਲਦਾ ਫਿਰ ਲੋਕਾਂ ਦਾ ਵਿਸ਼ਵਾਸ ਤੋਂ ਉੱਠਦਾ। ਜੀ ਪਹਿਲੀ ਗੱਲ ਤੇ ਬੱਕੜ ਸਾਹਿਬ ਸਹੀ ਗੱਲ ਕਹਿੰਦੇ ਹੁੰਦੇ ਸੀ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਸਿਆਸੀ ਬਿਆਨ ਨਹੀਂ ਦੇਣਾ ਚਾਹੀਦਾ, ਲੇਕਿਨ ਉਹਨਾਂ ਕੋਲ ਡੰਡੇ ਦੇ ਜ਼ੋਰ ਨਾਲ ਦਵਾਇਆ ਜਾਂਦਾ ਸੀ। ਅਕਾਲ ਤਖਤ ਦੇ ਜਥੇਦਾਰ ਨੂੰ ਸਿਆਸੀ ਬਿਆਨ ਨਹੀਂ ਦੇਣਾ ਚਾਹੀਦਾ, ਉਹਦੇ ਕੋਲ ਡੰਡੇ ਦਾ ਜ਼ੋਰ ਦਵਾਇਆ ਜਾਂਦਾ ਕਿ ਆਹ ਬਿਆਨ ਦੇ, ਤੂੰ ਕਿਉਂ ਨਹੀਂ ਦਿੰਦਾ ਤੂੰ। ਅਕਾਲ ਤਖਤ ਦੇ ਤੁਸੀਂ ਪੋਕ ਲਿਖ ਲਓ, ਪੋਕ ਦੀ ਬਿਆਨ ਦਿੰਦਾ ਬਹੁਤ ਘੱਟ, ਕਿਤੇ ਸਾਲ ਚ ਇੱਕ ਅੱਧਾ ਕੋਈ ਬਿਆਨ ਹੋਇਆ ਕਿਸੇ ਆਪਣੇ ਧਰਮ ਦੇ ਲੈਵਲ ਤੇ ਹੋ ਗਿਆ ਜਾਂ ਮਨੁੱਖਤਾ ਲੈਵਲ ਤੇ ਹੋ ਗਿਆ, ਬਾਕੀ ਕੋਈ ਬਿਆਨ ਨਹੀਂ ਦੇਣਾ। ਬਿਲਕੁਲ ਮੈਂ ਤੁਹਾਡੇ ਨਾਲ ਸਹਿਮਤ ਹਾਂ। ਬਿਲਕੁਲ ਸਾਡੇ ਤੇ ਹਰ ਥਾਂ ਤੇ ਜਾ ਕੇ
ਹਰ ਥਾਂ ਤੇ ਜਾ ਕੇ ਟੰਗ ਡਾਉਣੀ ਹੁੰਦੀ, ਜਥੇਦਾਰ ਸਾਹਿਬ ਨੇ ਤੇ ਪ੍ਰਧਾਨ ਸਾਹਿਬ ਨੇ। ਬਿਲਕੁਲ ਬਿਲकुल ਬਿਲकुल। ਉਹਦੇ ਇਸ ਚਾਬੀ ਕਰਕੇ ਮਾਜੀ ਸਾਹਿਬ ਦੇ ਢਪਾਲੀ ਸਾਹਿਬ ਦੀ ਬਿਲਕੁਲ ਮੰਗ ਜਾਇਜ਼ ਹੈ। ਬੀਬੀ ਜੀ ਜੇ ਵਾਕਈ ਦਮ ਹੈਗਾ ਤੇ ਜਾ ਕੇ ਸਾਹਮਣਾ ਕਰੋ ਤੁਸੀਂ। ਬਿਲਕੁਲ ਤੁਹਾਨੂੰ ਸਵਾਲ ਪੁੱਛਣਗੇ। ਉਹ ਗੰਗਸਰ ਜਿਹੜਾ ਗੁਰਦੁਆਰਾ ਸੀਗਾ, ਜੋ ਕੁਛ ਇਹ ਖੂਹ ਚੋਂ ਨਿਕਲਿਆ, ਉਹਦਾ ਵੀ ਜਵਾਬ ਦਿਓ ਤੁਸੀਂ। ਬਿਲਕੁਲ ਐਸੋ ਜੋ ਹੋਵੇ ਨਾ ਗੱਲਾਂ ਦਾ। ਬਿਲਕੁਲ 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 ਬਿਲकुल। ਪ੍ਰਿਯੰਕਾ ਗਾਂਧੀ ਚਰਚਾ ਦੇ ਵਿੱਚ ਨੇ। ਉੱਤਰ ਪ੍ਰਦੇਸ਼ ਦੇ ਵਿੱਚ ਕਿਸਮ ਦੀ ਉਹਨਾਂ ਨੇ ਆਪਣੀ ਮੁਹਿੰਮ ਵਿੱਢੀ ਹੋਈ ਹੈ। ਕਰੋ ਮਰੋ ਵਾਲੀ ਗੱਲ ਉੱਥੇ ਬਣੀ ਹੋਈ ਹੈ। ਔਰਤਾਂ ਨੂੰ 40% ਦੀ ਸੀਟਾਂ ਦੇਣ ਦਾ ਐਲਾਨ ਕਰਕੇ ਤੁਹਾਨੂੰ ਲੱਗਦਾ ਹੈ ਕਿ ਵਿਰੋਧੀ ਪਾਰਟੀਆਂ ਲਈ ਮੁਸੀਬਤ ਖੜੀ ਕਰ ਦਿੱਤੀ ਹੈ? 403 ਸੀਟਾਂ ਨੇ ਜਿੱਥੇ ਵਿਧਾਨ ਸਭਾ ਦੀਆਂ। ਅੱਜ ਉੱਥੇ 38 ਸਿਰਫ ਓਨਲੀ ਐਮਐਲਏ ਔਰਤਾਂ ਨੇ। 38? ਅੱਛਾ ਜੀ, 40% ਕਿੱਥੇ ਗਿਆ? ਜਿਹਦੇ ਵਿੱਚੋਂ 31 ਸਿਰਫ ਬੀਜੇਪੀ ਦੀਆਂ। 312 ਵਿਧਾਇਕ ਜਿਹੜੇ ਨੇ ਉਹ ਬੀਜੇਪੀ ਦੇ ਨੇ ਉੱਥੇ। ਤੇ ਸਰਕਾਰ ਬਣਾਉਣ ਵਾਸਤੇ ਸਿਰਫ ਤੇ ਸਿਰਫ 403 ਚਾਹੀਦੇ। ਹੁਣ ਉਹ ਇੰਨੇ ਵੱਧ ਹੋਣ ਦੇ ਬਾਵਜੂਦ ਵੀ ਔਰਤਾਂ ਨੂੰ ਉੱਥੇ ਪੁੱਛਿਆ ਨਹੀਂ ਗਿਆ। ਪ੍ਰਿਯੰਕਾ ਗਾਂਧੀ ਜਿਸ ਤਰੀਕੇ ਨਾਲ ਹਮਲਾਵਰ ਹੋ ਕੇ ਤੁਰੀ ਆ ਕਰੋ, ਉਹਨੇ ਪਿੱਛਾ ਭੌਂਕ ਨਹੀਂ ਵੇਖਿਆ। ਜੇ ਕਿਤੇ ਅੱਜ ਤੋਂ ਸਾਲ ਪਹਿਲਾਂ ਇਦਾਂ ਲੱਗੀ ਰਹੀ ਜਿੱਦਾਂ ਅੱਜ ਲੱਗੀ ਸੀ ਤੇ ਬਾਕੀ ਪਾਰਟੀ ਨੂੰ ਵਕਤ ਪਾ ਦੇ। ਪਹਿਲੀ ਗੱਲ ਤੇ ਪ੍ਰਿਯੰਕਾ ਗਾਂਧੀ ਇਹਨੂੰ ਇਹ ਸਪਸ਼ਟ ਕਰਨਾ ਪਊਗਾ ਵੀ 160 ਔਰਤਾਂ ਜੋੜੀਆਂ ਕਿੱਥੋਂ ਆ। ਤੁਹਾਡਾ ਸੰਗਠਨ ਜੋ ਉੱਥੇ ਹੈਗਾ। ਲੇਕਿਨ ਇਹ ਆ ਵੀ ਬਾਕੀ ਪਾਰਟੀਆਂ ਨੂੰ ਵਕਤ ਪਾਤਾ ਇੱਕ ਵਾਰੀ ਜੋ ਕਹਿਤਾ ਵੀ 40% ਦੀ ਸੀਟਾਂ ਜਿਹੜੀਆਂ ਔਰਤਾਂ ਨੂੰ ਦਿੱਤੀਆਂ ਜਾਣ। ਯੂਪੀ ਦੀਆਂ ਔਰਤਾਂ ਕੋਲੋਂ ਮੋਦੀ ਸਾਹਿਬ ਦੀ ਮੁਸਲਮਾਨ ਔਰਤਾਂ ਨੂੰ ਵੋਟਾਂ ਲੈ ਲਈਆਂ ਪਿਛਲੀ ਵਾਰੀ 3 ਤਲਾਕ ਦਾ ਮਾਮਲਾ ਹੱਲ ਕਰਕੇ ਵੀ ਨਹੀਂ ਇੱਕ ਵਿਆਹ ਹੋ 3 ਤਲਾਕ ਨਹੀਂ ਕੋਈ ਇਦਾਂ ਦੇ ਸਕਦਾ। ਉਦੋਂ ਮੁਸਲਮਾਨ ਔਰਤਾਂ ਵੀ ਮੋਦੀ ਨੂੰ ਵੋਟਾਂ ਪਾਈਆਂ ਸੀ, ਨਹੀਂ ਮੋਦੀ ਨੇ ਹੱਕ 'ਚ ਗਲਤੀ। ਹੁਣ ਜੋਗੀ ਨੇ ਜਦੋਂ ਇਹਨੇ ਝਾੜੂ ਫੇਰਿਆ ਤੇ ਜੋਗੀ ਨੇ ਕਹਿਤਾ ਵੀ ਝਾੜੂ ਫੇਰਨ ਜੋਗੀ ਰਹਿ ਗਈ, ਹੁਣ ਜਦੋਂ ਛੱਡੇ ਨਹੀਂ ਸੀ। ਅਗਲੇ ਦਿਨ ਉਹ ਜਾ ਕੇ ਲਖਨਊ ਦੇ ਵਿੱਚ ਜਿਹੜੀ ਇੰਦਰਾ ਕਲੋਨੀ ਗਈ, ਦਲਿਤਾਂ ਦੀ ਬਸਤੀ 'ਚ ਗਈ, ਜਾ ਕੇ ਉੱਥੇ ਸਫਾਈ ਕੀਤੀ, ਮੰਦਿਰ ਦੀ ਕੀਤੀ, ਉਹਨਾਂ ਦੀ ਜਾ ਕੇ ਮੈਂ ਸਫਾਈ ਕਰਦੇ। ਉਹਦਾ ਰਿਐਕਸ਼ਨ ਜਿਹੜਾ ਉਹ ਇਹਦੇ ਬੜਾ ਹੱਕ 'ਚ ਗਿਆ। ਔਰਤਾਂ ਨੇ ਬਹੁਤ ਪ੍ਰੇਸ ਕੀਤੀ ਇਹਦੀ ਬੀਬੀ ਬੜੀ ਬੜਾ ਸੋਹਣਾ ਬੀਬੀ ਕੰਮ ਕਰਦੀ। 403 ਸੀਟਾਂ ਤੇ ਜੇ ਕਾਂਗਰਸ ਆਪਣੇ ਬੰਦੇ ਖੜੀ ਕਰਦੀ ਆ, 160 ਸੀਟਾਂ ਤੇ ਔਰਤਾਂ ਖੜੀ ਕਰਦੀ ਆ ਤੇ ਔਰਤਾਂ ਦੇ ਹੱਕ 'ਚ ਕਾਫੀ ਪਹੁੰਚ ਸਕਦੀਆਂ ਨੇ ਜੀ। ਲੇਕਿਨ ਭਾਵੇਂ ਉੱਥੋਂ ਕਾਮਯਾਬੀ ਮਿਲੇ ਨਾ ਮਿਲੇ, ਲੇਕਿਨ ਇੱਕ ਟ੍ਰੈਂਡ ਨਵਾਂ ਉੱਥੇ ਪੇਸ਼ ਕਰਤਾ। ਬਾਕੀ ਪਾਰਟੀਆਂ ਨੇ ਵਕਤ ਪਾਤਾ ਵੀ ਤੁਹਾਨੂੰ ਵੀ ਕੁਛ ਤਾਂ ਕੁਛ ਕਰਨਾ ਪਊ। ਇਹ ਨਹੀਂ ਕਿ ਤੁਸੀਂ ਦੇਤੀਆਂ 50 ਸੀਟਾਂ ਦੇਤੀਆਂ ਔਰਤਾਂ ਨੂੰ, ਬਾਕੀ ਥੋੜ੍ਹਾ ਗਪਾ ਉਹ ਕਹਿਣੀ ਕਿਸੇ ਦਾ ਹੱਕ ਬਣ ਦੋ। ਕਹਿੰਦੀ ਮੇਰੀ ਪੇਸ਼ ਜਾਂਦੀ ਨਾ ਤੁਹਾਨੂੰ 50% ਦੇਣ ਨੂੰ ਤਿਆਰ ਹਾਂ। ਬਿਲਕੁਲ 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 ਬਰਾਬਰ ਦਾ ਹੱਕ ਚਾਹੀਦਾ। ਹੱਕ ਪੈਦਾ ਕਰ ਲਓ ਜੀ। ਬਰਾਬਰ ਦਾ ਪਤਾ ਹੋਏਗਾ 1996 ਦੇ ਵਿੱਚ ਦੇਵਗੌੜਾ ਦੀ ਸਰਕਾਰ ਦੇ ਵਿੱਚ ਬਕਾਇਦਾ ਤੌਰ ਤੇ ਆਇਆ ਸੀ ਵਿਧਾਨ ਸਭਾ ਦੇ ਵਿੱਚ ਤੇ ਆਪਣੇ ਲੋਕ ਸਭਾ ਦੇ ਵਿੱਚ ਔਰਤਾਂ ਨੂੰ 33% ਰਿਜ਼ਰਵੇਸ਼ਨ ਦਿੱਤੀ ਜਾਵੇ। ਮੁੜ ਕੇ ਫਿਰ 2010 ਚ ਆਇਆ ਸੀ। 10 ਦੇ ਵਿੱਚ ਜਿਹੜਾ ਸੀ ਇਹ ਰਾਜ ਸਭਾ ਤੋਂ ਕਾਨੂੰਨ ਪਾਸ ਹੋ ਗਿਆ ਸੀ, ਲੋਕ ਸਭਾ ਨੇ ਨਹੀਂ ਸੀ ਕੀਤਾ ਕਿ 33% ਰਿਜ਼ਰਵੇਸ਼ਨ ਦਿੱਤੀ ਜਾਵੇ। ਲੇਕਿਨ 50% ਦੀ ਜ਼ਿਲ੍ਹਾ ਪਰਿਸ਼ਦ ਦੇ ਵਿੱਚ ਪੰਚਾਇਤਾਂ ਵਿੱਚ ਹੋ ਗਿਆ। ਲੇਕਿਨ ਅਜੇ ਤੱਕ ਸਾਡੇ 2 ਜਿਹੜੇ ਮੰਤਰ ਨੇ ਲੋਕ ਸਭਾ ਤੇ ਵਿਧਾਨ ਸਭਾ, ਉੱਥੇ ਅਜੇ ਤੱਕ ਔਰਤਾਂ ਦੀ ਰਿਜ਼ਰਵੇਸ਼ਨ ਨਹੀਂ ਹੋਈ। ਤੇ ਪਹਿਲੀ ਵਾਰੀ ਪ੍ਰਿਯੰਕਾ ਨੇ ਇੱਕ ਦਾ ਖੇਡਿਆ ਵਾ ਕਿ ਜਿਸ ਤਰੀਕੇ ਨਾਲ ਉਹਦੇ ਸਿੱਧੇ ਪਾਸੇ ਪੁੱਠੇ ਪੈ ਰਹੇ ਨੇ, ਉਮੀਦ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਤਰੱਕੀ ਕਰ ਸਕੇਗੀ। ਵੌਇਸ ਆਫ ਸਿਟੀ 3020 ਸਾਹਿਬ ਅੱਜ ਦੀ ਡੇਟ ਦੇ 75 ਜ਼ਿਲ੍ਹੇ ਨੇ, ਉੱਥੇ 75 ਜ਼ਿਲ੍ਹੇ ਯੂਪੀ ਦੇ ਵਿੱਚ ਹੈਗੇ ਤੇ ਰੋਜ਼ 20 ਤੋਂ ਲੈ ਕੇ 25 ਕੇਸ ਜਿਹੜੇ 6 ਦੇ ਬਲਾਕ ਤੇ ਦਰਜ ਹੁੰਦੇ ਉਸ ਯੂਪੀ ਦੇ ਵਿੱਚ। ਰੋਜ਼ 20 ਤੋਂ 25 ਤੱਕ ਮੇਰੇ ਕੋਲ ਡਾਟੇ ਵੀ ਦੇ ਦੂੰ ਤੁਹਾਨੂੰ ਕਿ ਕਿੰਨੇ ਲੱਖ ਕੇਸ ਦਰਜ ਹੋਏ ਸੀ, ਕਿੰਨਿਆਂ ਦੇ ਜਿਹੜੀ ਇਹਦੀ ਸਜ਼ਾ ਹੁੰਦੀ ਆ 2.3% ਹੁੰਦੀ ਸਰ। 97.7% ਜਿਹੜੀ ਬਿਲਕੁਲ ਮਾਫੀ, ਕੋਈ ਸਜ਼ਾ ਨਹੀਂ ਹੁੰਦੀ। ਇਸ ਕਰਕੇ ਬੀਬੀ ਨੇ ਵਧੀਆ ਕੀਤਾ, ਇਹਨਾਂ ਨੂੰ ਬੈਨੀਫਿਟ ਮਿਲੇਗਾ। ਕਾਂਗਰਸ ਉੱਤੇ ਜਿੱਤੇ ਨਾ ਜਿੱਤੇ ਉਹ ਬਾਅਦ ਦੀ ਗੱਲ ਆ, ਲੇਕਿਨ ਔਰਤਾਂ ਜਿਹੜੀਆਂ ਉਹ ਜ਼ਰੂਰ ਖੁਸ਼ ਹੋਣਗੀਆਂ ਵੀ ਸਾਡੇ ਹੱਕ ਦੀ ਗੱਲ। ਉਹਨੇ ਕਿਹਾ ਮੈਂ ਲੜਤੀ ਹੂੰ, ਲੜਨਾ ਜਾਣਤੀ ਹੂੰ।
ਲੜੂਗੀ, ਇਹ ਨਾਰਾ ਤਾਂ ਉੱਥੇ ਜਾ ਜੀ। ਰੇਲਾਂ ਰੋਕਣ ਵਾਲੇ ਕਿਸਾਨਾਂ ਦੇ ਖਿਲਾਫ ਪਰਚੇ ਦਰਜ ਹੋਏ ਨੇ, ਆਪਾਂ ਇਹ ਵੀ ਗੱਲ ਕਰ ਲਈਏ ਖੱਟੜ ਸਾਹਿਬ ਦੇ ਦੁਆਰਾ। ਖੱਟੜ ਸਾਹਿਬ ਵੇਖੋ ਜੀ ਬੜਾ ਕੁਛ ਕਰਦੇ ਨੇ, ਪਹਿਲਾਂ ਗੱਲ ਕਰ ਲੈਂਦੇ ਆ, ਹਫ਼ਤੇ ਬਾਅਦ ਮਾਫੀ ਮੰਗ ਲੈਂਦੇ ਆ। ਹੁਣ ਜੇ ਇਹਨਾਂ ਖਾਨਾ ਪੂਰਤੀ ਕੀਤੀ ਆ ਵੀ ਜਿਹਨਾਂ ਕਿਸਾਨਾਂ ਨੇ ਰੇਲਾਂ ਰੋਕੀਆਂ ਨੇ ਉਹਨਾਂ ਦੇ ਖਿਲਾਫ ਮੁਕੱਦਮੇ ਦਰਜ ਕੀਤੇ ਜਾਣਗੇ, ਕਰ ਲਓ ਵੀ। ਪਹਿਲੀ ਵੀ ਹੋਣ ਲੱਗਿਆ, ਆਪੇ ਤੁਸੀਂ ਮੁਕੱਦਮੇ ਦਰਜ ਕਰਦੇ ਹੋ, 10 ਦਿਨ ਬਾਅਦ ਆਪੇ ਤੁਸੀਂ ਕੈਂਸਲ ਕਰ ਦਿੰਦੇ। ਕਿਸਾਨਾਂ ਨੂੰ ਤੁਹਾਡੇ ਬਿੱਲਾਂ ਦਾ ਧਰਤੀ ਦੇ ਬਿੱਲ ਨਾ ਕੋਈ, ਕਿਸਾਨਾਂ ਨੂੰ ਤੁਹਾਡੇ ਪਰਚੇ ਦਰਜ ਕਰਦਾ ਕੋਈ ਬਿੱਲ ਨਹੀਂ ਆਉਂਦਾ, ਕਰੀ ਜਾਓ। ਉਹ ਤੇ ਕਹੋ ਤੇ ਗ੍ਰਿਫਤਾਰੀ ਦੇਣ ਵਾਸਤੇ ਆ ਜਾਣਗੇ, ਤੁਸੀਂ ਗ੍ਰਿਫਤਾਰ ਕਰੋ, ਤੁਸੀਂ ਗ੍ਰਿਫਤਾਰ ਨਹੀਂ ਕਰਨਾ ਉਹਨਾਂ ਨੂੰ। ਇਸੇ ਕਰਕੇ ਅੱਗੇ ਵੀ ਜਦੋਂ ਪਿਛਲੀ ਵਾਰੀ ਰੇਲਾਂ ਰੋਕੀਆਂ ਸੀਗੀਆਂ, ਉਦੋਂ ਵੀ ਹਰਿਆਣਾ ਸਰਕਾਰ ਨੇ ਜਿਹੜੇ ਸੀ ਮੁਕੱਦਮੇ ਦਰਜ ਕੀਤੇ ਸੀ, ਮੁੜ ਕੇ ਕੈਂਸਲ ਕਰਤੇ ਸੀ। ਹੁਣ ਵੀ ਮੁਕੱਦਮੇ ਦਰਜ ਕੀਤੇ ਖਾਨਾ ਪੂਰਤੀ ਦੀ ਖਾਤਰ ਵੀ ਇੱਥੇ ਰੇਲਾਂ ਰੋਕੀਆਂ ਗਈਆਂ, ਮੋਹਰ ਲਾਤੀ ਉੱਥੇ। ਕੱਲ ਨੂੰ ਕੋਈ ਇਤਿਹਾਸ ਬਣੂਗਾ ਨਾ, ਉਹ ਕਹਿਣਗੇ ਫਲਾਣੀ ਜਗ੍ਹਾ ਆਪੇ ਜੋ ਦੇਖ ਲਓ ਜਾ ਕੇ ਰੁਕੀ ਰੇਲਾਂ ਉੱਥੇ ਕਿਸਾਨਾਂ ਨੇ। ਜੀ ਪੜੀ ਸਾਹਿਬ, ਸਬਦਾ ਸਾਧ ਨੂੰ ਸਜ਼ਾ ਹੋਈ ਹੈ, ਪਰ ਸਾਧ ਦੀ ਪ੍ਰਬੰਧਕ ਕਮੇਟੀ ਨੇ ਜਿਹੜੇ ਦੋਸ਼ ਨਕਾਰ ਦਿੱਤੇ ਨੇ, ਇਹਦੇ ਤੇ ਕੀ ਕਹਿਣਾ ਚਾਹੋਗੇ ਤੁਸੀਂ? ਬਿਲਕੁਲ ਜੀ, ਉਹ ਤਾਂ ਨਕਾਰਨਗੇ। ਜਿਹਨੂੰ ਉਹ ਮੈਸੇਂਜਰ ਆਫ ਗੋਡ ਮੰਨਦੇ ਅੱਜ ਵੀ ਆਪਣਾ, ਉਹ ਕਹਿੰਦੇ ਬਿਲਕੁਲ ਗਲਤ। ਸਾਡੇ ਬਾਬਾ ਜੀ ਕਰ ਨਹੀਂ ਸਕਦੇ ਕੋਈ, ਸਾਡੇ ਪਿਤਾ ਜੀ ਕਹਿੰਦੇ, ਸਾਡੇ ਪਿਤਾ ਜੀ ਕੁਛ ਕਰ ਨਹੀਂ ਸਕਦੇ। ਸਾਡੇ ਪਿਤਾ ਜੀ ਤੇ ਝੂਠੇ ਇਲਜ਼ਾਮ ਲਾ ਕੇ ਉਹਨੂੰ ਅੰਦਰ ਡੱਕਿਆ ਗਿਆ, ਝੂਠੇ ਕੇਸ ਕੀਤੇ ਜਾ ਰਿਹਾ। ਜਿਹੜੀ ਕੱਲ ਵੀ ਰਣਜੀਤ ਕਤਲ ਕਾਂਡ ਕੇਸ ਸਜ਼ਾ ਹੋਈ ਹੈ, ਕਹਿੰਦੇ ਬਿਲਕੁਲ ਝੂਠਾ ਕੇਸ, ਸਾਡੇ ਬਾਬਾ ਜੀ ਨੇ ਸਾਡੇ ਪਿਤਾ ਜੀ ਨੇ ਕੁਛ ਨਹੀਂ ਕੀਤਾ। ਤੇ ਗੱਲ ਵੀ ਸਹੀ ਆ, ਪਿਤਾ ਜੀ ਆਪ ਤੇ ਗੋਲੀ ਮਾਰਨੀ ਗਿਆ, ਕੌਂਸਪੀਰੇਸੀ ਚਾਹੇ 120 ਵਿੱਚ ਆਏ। ਸਾਡੇ ਕਾਨੂੰਨ ਦੇ ਮੁਤਾਬਕ ਜਿਹੜਾ ਬੰਦਾ ਲਲਕਾਰਾ ਮਾਰਦਾ ਨਾ, ਉਹਨੂੰ ਵੱਧ ਸਜ਼ਾ ਦਿੱਤੀ ਜਾਂਦੀ ਹੈ ਕਿ ਜੇ ਇਹ ਲਲਕਾਰਾ ਦਾ ਮਾਰਦਾ ਤੇ ਘਟਨਾ ਨਹੀਂ ਸੀ ਵਾਪਰੀ। 120 ਵੀ ਸਜ਼ਾ ਹੋਈ ਉਹਨੂੰ, ਆਪ ਗੋਲੀ ਮਾਰਦੇ ਜਾ ਉੱਤੇ ਆਰਡਰ ਹੀ ਕੀਤੇ ਜਾ ਕੇ ਕੰਮ ਕਰਦੇ ਹੋ ਤੁਸੀਂ। ਇਸ ਕਰਕੇ ਉਹ ਕਹਿੰਦੇ ਵੀ ਸਾਡੇ ਪਿਤਾ ਜੀ ਨੇ ਕੁਛ ਨਹੀਂ ਕੀਤਾ, ਸਾਡੇ ਪਿਤਾ ਜੀ ਨੂੰ ਬਦਨਾਮ ਕਰਨ ਵਾਸਤੇ, ਉਹਨਾਂ ਨੂੰ ਜਾਣਬੁੱਝ ਕੇ ਜੇਲ੍ਹ ਰੱਖਣ ਵਾਸਤੇ ਉਹਦੇ ਕੇਸ ਕੀਤੇ ਜਾ ਰਹੇ। ਅਸੀਂ ਹਾਈਕੋਰਟ ਜਾਵਾਂਗੇ, ਹਾਈਕੋਰਟ ਤੋਂ ਰਿਲੀਵ ਨੰਬਰ ਸੁਪਰੀਮ ਕੋਰਟ ਜਾਵਾਂਗੇ। ਅਸੀਂ ਕਾਨੂੰਨ ਦੇ ਆਖਰੀ ਪਿੱਲਰ ਤੱਕ ਜਿਹੜਾ ਇਨਸਾਫ ਤੱਕ ਜਾਵਾਂਗੇ। ਸਾਡੇ ਪਿਤਾ ਜੀ ਨੇ ਕੁਛ ਨਹੀਂ ਕੀਤਾ, ਇਹ ਪ੍ਰਬੰਧਕ ਕਮੇਟੀ ਜਿਹੜੀ ਹੈਗੀ ਹੈ ਉਹਦਾ ਆਪਣਾ ਬਿਆਨ ਹੈ ਜੀ। ਆਖਰੀ ਕੁਐਸਚਨ ਮੇਰਾ ਵੌਇਸ ਆਫ ਸਿਟੀ 3020 ਤੇ ਕੱਲ ਡਾਕਟਰ ਨਵਜੋਤ ਹੁਣਾਂ ਨੇ ਮੰਗਾ ਰਿਹਾ ਸੀ ਕੈਪਟਨ ਹੁਣਾਂ ਨੂੰ ਕਿ ਸਾਡੇ ਸਾਹਮਣੇ ਆ ਕੇ ਚੋਣ ਲੜੋ। ਤੇ ਉਹ ਆਪਣੀ ਗੱਲ ਕਹਿ ਗਏ ਵੀ ਮੈਂ ਇਸ ਹਲਕੇ ਤੋਂ ਚਾਹਵਾਨ ਹਾਂ। ਕੈਪਟਨ ਅਮਰਿੰਦਰ ਸਿੰਘ ਪੰਜਾਬ 'ਚ ਤੀਸਰਾ ਫਰੰਟ ਬਣਾਉਣ ਦੀ ਓੜ ਪੋੜ ਦੀ ਤਿਆਰੀ 'ਚ ਲੱਗੇ, ਕਾਮਯਾਬ ਹੋਣਗੇ? ਦੇਖੋ, ਜਿਹੜੀ ਕੈਪਟਨ ਅਮਰਿੰਦਰ ਸਿੰਘ ਨੇ ਕੱਲ ਗੱਲ ਕਹੀ ਆ ਵੀ ਜਿਹੜੇ ਕਿਸਾਨਾਂ ਦੇ 3 ਬਿੱਲਾਂ ਦਾ ਮਾਮਲਾ ਵਾ, ਉਹ ਅਸੀਂ ਜਲਦੀ ਸੋਲਵ ਕਰਨਾ। ਜੇ ਉਹ ਕੇਂਦਰ ਨਾਲ ਮਿਲ ਕੇ ਸੋਲਵ ਕਰ ਲੈਂਦੇ ਤੇ ਫਿਰ ਤੇ ਤੀਸਰਾ ਫੰਡ ਬਣੇਗਾ। ਤੀਸਰੇ ਫੰਡ ਜਿਹੜੇ ਜਿੰਨੇ ਵੀ ਆ ਟੁੱਟੇ ਭੱਜੇ ਅਕਾਲੀ ਦਲ ਸਾਰੇ ਵਿੱਚ ਆ ਜਾਣਗੇ, ਭੱਜੇ ਸਾਰੀਆਂ ਪਾਰਟੀਆਂ ਵਿੱਚ ਆ ਜਾਣਗੀਆਂ। ਟੁੱਟੇ ਭੱਜੇ ਠੀਕ ਤੁਸੀਂ ਪਤਾ ਹੋਰ ਮਤਲਬ ਲਿਆ, ਟੁੱਟੇ ਭੱਜਣ ਦਾ ਮਤਲਬ ਆਪਣੀ ਟਾਣੇ ਆਪਣੇ ਆਪਣੀ ਤਰਫ ਟੁੱਟ ਕੇ ਤੇ ਨਾਰਾਜ਼ ਚੱਲਦੇ ਜਿਹੜੇ। ਹਾਂਜੀ। ਇਸ ਕਰਕੇ ਉਹਨੂੰ ਇਕੱਠੇ ਕਰਨ ਦੀ ਉਹਨਾਂ ਦੀ ਕਵਾਇਦ ਹੈਗੀ ਕਿ ਇਕੱਠੇ ਕੀਤੇ ਜਾਣਗੇ। ਲੇਕਿਨ ਉਸ ਤੋਂ ਪਹਿਲਾਂ ਜੇ ਕਿਤੇ ਉਹਨਾਂ ਦਾ ਫੈਸਲਾ ਬਕਾਇਦਾ ਤੌਰ ਤੇ ਕਾਨੂੰਨ ਬਿੱਲਾਂ ਦਾ ਨਾ ਹੋਇਆ ਤੇ ਫਿਰ ਕੈਪਟਨ ਸਾਹਿਬ ਨੇ ਕੋਈ ਆਪਣੀ ਸਮਝੌਤਾ ਕਰ ਲਿਆ ਹੋ ਜਾ, ਤੇ ਫਿਰ ਕੈਪਟਨ ਸਾਹਿਬ ਨੂੰ ਕੱਖ ਨਹੀਂ ਮਿਲਣਾ ਜੋ ਮਰਜ਼ੀ ਹੋ ਜਾਏ। ਫਿਰ ਕੈਪਟਨ ਸਾਹਿਬ ਦਾ ਵਿਰੋਧ ਹੀ ਹੋਊਗਾ, ਲੋਕਾਂ ਨੇ ਸ਼ਿਕਵਾ ਫਾਰਮ ਤੋਂ ਲੈ ਕੇ ਤੇ ਮੋਤੀ ਨਾਲ ਤੱਕ ਨਹੀਂ ਜਾਣ ਦੇਣਾ। ਜੀ ਬਹੁਤ ਬਹੁਤ ਸ਼ੁਕਰੀਆ, ਸਵੇਰੇ ਮਿਲਦੇ ਆ, ਹੋਲਡ ਰੱਖਣਾ ਤੁਸੀਂ। ਹਾਂਜੀ, ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।